ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹੱਲਾ ਪੰਜਵਾਂ। ਚੌਪਦੇ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਿਆ ਚਾਰ ਕਰੈ ਖਟ ਕਰਮਾ, ਇਤ ਰਾਤੇ ਸੰਸਾਰੀ। ਅੰਤਰ ਮੈਲ ਨ ਉਤਰੈ, ਹਉਮੈ ਬਿਨ ਗੁਰ ਬਾਜੀ ਹਾਰੀ। ਮੇਰੇ ਠਾਕੁਰ ਰਾਖ ਲੇਵੋ ਕਿਰਪਾ ਧਾਰੀ। ਕੋਟ ਮਧੇ ਕੋ ਵਿਰਲਾ ਸੇਵਕ, ਹੋਰ ਸਗਲੇ ਬਿਵਹਾਰੀ। ਕਿਰਿਆ ਚਾਰ ਕਰੇ ਖਟ ਕਰਮਾ, ਇਤ ਰਾਤੇ ਸੰਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਪਤਿਤ ਪਾਵਨ, ਕਿਰਪਾ ਨਿਧਾਨ ਸਤਿਗੁਰੂ ਗਰੀਬ ਨਵਾਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ
ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਮਿਲਿਆ ਹੋਇਆ ਸਮਾਂ ਇਹ ਮਨੁੱਖਾ ਜਨਮ ਦਾ ਸਫਲਾ ਬਣਾਇਆ। ਅੰਮ੍ਰਿਤ ਵੇਲੇ ਸਤਿਗੁਰਾਂ ਦੀ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਲੜੀਵਾਰ ਇਹ ਦਾਤ ਸਾਨੂੰ ਪ੍ਰਾਪਤ ਹੋ ਰਹੀ ਹੈ। ਇੱਕ ਇੱਕ ਸ਼ਬਦ ਅਸੀਂ ਸਰਵਣ ਕਰਦੇ ਆ ਰਹੇ ਹਾਂ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਵਾਸਤੇ। ਅੱਜ ਮਹਾਰਾਜ ਕੀ ਉਪਦੇਸ਼ ਕਰਦੇ ਨੇ ਆਪਾਂ ਸਰਵਣ ਕਰਾਂਗੇ। ਆਓ ਮਨ ਬਿਰਤੀਆਂ ਟਿਕਾਈਏ, ਬੜੀ ਭਾਵਨਾ ਦੇ ਨਾਲ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹਲਾ ਪੰਜਵਾ। ਚੌਪਦੇ ਘਰ ਦੂਜਾ। ਗੁਜਰੀ ਰਾਗ ਦਾ ਨਾਮ ਹੈ। ਮਹੱਲਾ ਪੰਜਵਾਂ। ਪੰਜਵੇਂ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੀ ਗੁਰਤਾ ਗੱਦੀ ਤੇ ਬੈਠਣ ਵਾਲੇ ਪੰਜਵੇਂ ਗੁਰੂ ਨੇ। ਇਸ ਕਰਕੇ 5 ਅੰਕ ਲਿਖਿਆ ਹੈ ਮਹੱਲਾ ਪੰਜਵਾਂ। ਪੰਜਵਾਂ ਸਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ। ਚੌਪਦੇ 4 ਪੌੜੀਆਂ ਦਾ ਇਹ ਸ਼ਬਦ ਹੈ ਜੋ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਘਰ ਪਹਿਲਾ ਅਤੇ ਪਹਿਲੇ ਘਰ ਦੇ ਅੰਦਰ ਇਸ ਸ਼ਬਦ ਨੂੰ ਗਾਉਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਜਿਸ ਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਉਹ ਇੱਕ ਹੈ, ਉਹਦੇ ਵਰਗਾ ਕੋਈ ਦੂਜਾ ਨਹੀਂ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੁਆ ਨਾ ਕੋ ਹੋਏ। ਇਹ ਬਚਨ ਆਪਾਂ ਪੜ੍ਹਦੇ ਹਾਂ ਨਿਤਨੇਮ ਦੀਆਂ ਬਾਣੀਆਂ ਦੇ ਅੰਦਰ ਕਿ ਪਰਮਾਤਮਾ ਦੇ ਵਰਗਾ ਕੋਈ ਦੂਜਾ ਨਾ ਹੋਇਆ ਅਤੇ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਵੀ ਨਹੀਂ। ਉਹ ਐਸਾ ਸਮਰੱਥ ਹੈ, ਕੇਵਲ ਇੱਕ ਹੀ ਹੈ ਜਿਸ ਨੂੰ ਅਸੀਂ ਨਿਰੰਕਾਰ ਕਹਿੰਦੇ ਹਾਂ, ਪਰਮੇਸ਼ਰ ਕਹਿੰਦੇ ਹਾਂ। ਪਾਤਸ਼ਾਹ ਕਹਿਣ ਲੱਗੇ ਭਾਈ ਉਹ ਇੱਕ ਹੈ। ਉਸ ਇੱਕ ਦੀ ਜਿਹੜੀ ਪ੍ਰਾਪਤੀ ਹੈ ਸਤਿਗੁਰ ਪ੍ਰਸਾਦ। ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਪਰਮਾਤਮਾ ਫਿਰ ਮਿਲਦਾ ਹੈ। ਜਿਵੇਂ ਵਿਚੋਲਾ ਵਿੱਚ ਪੈ ਕੇ ਰਿਸ਼ਤਾ ਬਣਾ ਦਿੰਦਾ ਹੈ, ਇਸੇ ਤਰ੍ਹਾਂ ਗੁਰੂ ਵਿੱਚ ਪੈ ਕੇ ਸਾਨੂੰ ਪਰਮਾਤਮਾ ਦੇ ਨਾਲ ਅਭੇਦ ਕਰ ਦਿੰਦਾ, ਮਿਲਾ ਦਿੰਦਾ ਹੈ। ਸਤਿਗੁਰ ਪ੍ਰਸਾਦ ਗੁਰੂ ਦੀ ਬਖਸ਼ਿਸ਼ ਲੈ ਭਾਈ ਪਿਆਰਿਆ, ਗੁਰੂ ਦੀ ਪ੍ਰਸੰਨਤਾ ਲੈ। ਜਦੋਂ ਖੁਸ਼ੀ ਲਵੇਂਗਾ ਫਿਰ ਉਸ ਨਿਰੰਕਾਰ ਦੀ ਪ੍ਰਾਪਤੀ ਹੈ। ਕਿਰਿਆ ਚਾਰ ਕਰੇ ਖਟ ਕਰਮਾ, ਇਤ ਰਾਤੇ ਸੰਸਾਰੀ। ਮਹਾਰਾਜ ਫਰਮਾਉਂਦੇ ਨੇ, ਕਹਿਣ ਲੱਗੇ ਸਾਰਾ ਜਿਹੜਾ ਸੰਸਾਰ ਹੈ ਨਾ, ਜਿੰਨੀ ਵੀ ਆਪਾਂ ਕਿਰਿਆ ਕਰਦੇ, ਇਹ ਸਾਰੀ ਕਿਰਿਆ ਜੋ ਹੈ ਇਹ 4 ਜਿਹੜੇ ਵੇਦ ਨੇ ਉਹਨਾਂ ਵਿੱਚ ਇਹ ਕਰਮ ਕਾਂਡ ਲਿਖਿਆ ਹੋਇਆ। ਵੇਦਾਂ ਦੀ ਲਿਖੀ ਹੋਈ ਮਰਿਆਦਾ, ਸਿਮਰਤੀਆਂ ਸ਼ਾਸਤਰਾਂ ਵਿੱਚ ਜਿਹੜੀ ਮਰਿਆਦਾ ਲਿਖੀ ਹੈ, ਜਿਵੇਂ ਆਪਾਂ ਆਖਦੇ ਹਾਂ ਕਿ ਹੁਣ ਸ਼ਰਾਧ ਚੱਲਦੇ ਪਏ ਨੇ, ਹੁਣ ਨਰਾਤੇ ਚੱਲਦੇ ਪਏ, ਹੁਣ ਇਹ ਦਿਨ ਆ ਗਿਆ, ਹੁਣ ਇਹ ਦਿਨ ਆ ਗਿਆ, ਹੁਣ ਇਹ ਕੰਮ ਕਰਨਾ ਚਾਹੀਦਾ, ਹੁਣ ਇਹ ਕੱਪੜਾ ਪਾਉਣਾ ਚਾਹੀਦਾ। ਇਹ ਚੰਗੀ ਮਾੜੀ ਸ਼ੁਭ ਤੇ ਅਸ਼ੁਭ ਜਿੰਨੀ ਵਿਚਾਰ ਹੈ ਧਾਰਮਿਕ ਗ੍ਰੰਥਾਂ ਵਿੱਚੋਂ ਲੋਕਾਂ ਨੇ ਪੜ੍ਹ ਕੇ ਅਪਣਾ ਲਈ ਹੈ। ਪਾਤਸ਼ਾਹ ਕਹਿਣ ਲੱਗੇ ਕਿਰਿਆ ਚਾਰ, ਜਿਹੜੇ 4 ਨੇ ਨਾ ਵੇਦ, ਉਹਨਾਂ ਨੂੰ ਪੜ੍ਹ ਕੇ ਤੇ ਪੜ੍ਹ ਕੇ ਉਹਦੇ ਵਿੱਚੋਂ ਕਿਰਿਆ ਕੀ ਕਰਨੀ ਹੈ, ਕਰਮ ਕੀ ਕਰਨਾ ਹੈ। ਉਹ ਕਰਮ ਇਹ ਮਨੁੱਖ ਲੱਗਾ ਹੋਇਆ ਕਰਨ ਵਾਸਤੇ ਵੀ ਇਸ ਵੇਲੇ ਇਸ਼ਨਾਨ ਕਰਨਾ, ਇਸ ਤਰੀਕੇ ਦੇ ਨਾਲ ਇਸ਼ਨਾਨ ਕਰਨਾ, ਇਸ਼ਨਾਨ ਕਰਨ ਤੋਂ ਮਗਰੋਂ ਇਹ ਕੁਝ ਕਰਨਾ ਹੈ। ਇਹ ਕਿਰਿਆ ਤੇ ਸਾਰੀ ਸਿੱਖ ਲਈ ਹੈ ਵੇਦਾਂ ਨੂੰ ਵੇਖ ਕੇ, ਅਤੇ ਇਕੱਲੇ ਸਾਡੀ ਗੱਲ ਨਹੀਂ ਹੈ। ਕਰੇ ਖਟ ਕਰਮਾ, ਜਿਹੜੇ ਵਿਦਵਾਨ ਨੇ ਨਾ, ਪੰਡਤ, ਜਿਨ੍ਹਾਂ ਨੇ ਗ੍ਰੰਥ ਪੜ੍ਹੇ ਨੇ, ਜਿਨ੍ਹਾਂ ਦੇ ਉਪਦੇਸ਼ ਦੇ ਨਾਲ ਦੁਨੀਆ ਚੱਲਦੀ ਹੈ, ਮਹਾਰਾਜ ਕਹਿਣ ਲੱਗੇ ਉਹ ਵੀ ਇਸ ਕਿਰਿਆ ਵਿੱਚ ਲੱਗੇ ਨੇ। ਬ੍ਰਾਹਮਣ ਦੇ 6 ਕਰਮ ਮੁੱਖ ਮੰਨੇ ਜਾਂਦੇ ਨੇ। ਪਹਿਲਾ ਕਰਮ ਇਹ ਹੈ ਕਿ ਵਿਦਿਆ ਆਪ ਪੜ੍ਹਨੀ। ਜਿਹੜੇ ਬ੍ਰਾਹਮਣ ਦੇ 6 ਕਰਮ ਨਹੀਂ, ਉਸ ਨੂੰ ਪੂਰਨ ਬ੍ਰਹਮ ਜਾਂ ਅਸਲੀ ਬ੍ਰਹਮ ਨਹੀਂ ਮੰਨਿਆ ਜਾਵੇਗਾ। ਅਸਲੀ ਬ੍ਰਾਹਮਣ ਉਹ ਹੈ ਜਿਹੜਾ ਇਹ 6 ਕਰਮਾਂ ਨੂੰ ਅਪਣਾਉਂਦਾ ਹੈ। 6 ਕੰਮ ਕਰਦਾ ਕਿਹੜੇ ਨੇ?
ਪਹਿਲਾ ਕੰਮ ਹੈ ਆਪ ਵਿਦਿਆ ਪੜ੍ਹਨੀ, ਵੇਦ ਸ਼ਾਸਤਰਾਂ ਨੂੰ ਪੜ੍ਹਨਾ। ਜਦੋਂ ਉਹਨਾਂ ਵਿਦਿਆ ਪੜ੍ਹ ਲਈ ਫਿਰ ਉਸ ਵਿਦਿਆ ਨੂੰ ਦੂਜਾ ਕੰਮ ਹੈ ਅੱਗੇ ਪੜ੍ਹਾਉਣਾ, ਹੋਰ ਵਿਦਿਆਰਥੀਆਂ ਨੂੰ ਵਿਦਿਆ, ਵੇਦ ਦੀ, ਸ਼ਾਸਤਰ ਦੀ ਵਿਦਿਆ ਨੂੰ ਅੱਗੇ ਵੰਡਣਾ, ਇਹ ਦੂਜਾ ਕਰਮ ਹੈ। ਬ੍ਰਾਹਮਣ ਦਾ ਪਹਿਲਾ ਕੰਮ ਹੈ ਆਪ ਵਿਦਿਆ ਪੜ੍ਹਨੀ, ਫਿਰ ਉਸ ਵਿਦਿਆ ਨੂੰ ਦੂਜਾ ਕੰਮ ਹੈ ਅੱਗੇ ਪੜ੍ਹਾਉਣਾ, ਤੇ ਤੀਜਾ ਕੰਮ ਹੈ ਆਪ ਜੱਗ ਕਰਨਾ। ਜੱਗ ਕਰਕੇ ਤੇ ਫਿਰ ਚੌਥਾ ਕੰਮ ਇਹ ਹੈ ਵੀ ਉਸ ਜੱਗ ਨੂੰ ਅੱਗੇ ਕਰਾਉਣ ਦਾ ਤਰੀਕਾ ਦੱਸਣਾ, ਜਾਂ ਕਿਸੇ ਦੇ ਨਾਲ ਲੱਗ ਕੇ ਉਹ ਕੰਮ ਕਰਾਉਣਾ। ਪਹਿਲਾਂ ਜੱਗ ਆਪ ਕਰ ਲਿਆ ਵਿਧੀ ਦੇ ਨਾਲ, ਫਿਰ ਉਸ ਜੱਗ ਨੂੰ ਅੱਗੇ ਰਾਜੇ ਮਹਾਰਾਜੇ ਖੱਤਰੀ ਇਤਿਆਦਿਕ ਜੋ ਵੀ ਜੱਗ ਕਰਨਾ ਚਾਹੁਣ ਉਹਨਾਂ ਦੇ ਨਾਲ ਲੱਗ ਕੇ ਜੱਗ ਨੂੰ ਸੰਪੂਰਨ ਕਰਾਉਣਾ। ਤੇ ਪੰਜਵੇਂ ਨੰਬਰ ਦਾ ਕੰਮ ਇਹ ਹੈ ਜਿਹੜਾ ਉਹਨਾਂ ਨੇ ਕਰਨਾ ਹੈ ਕਿ ਵਿਦਿਆ ਪੜ੍ਹਨੀ, ਪੜ੍ਹਾਉਣੀ, ਜੱਗ ਕਰਨਾ, ਕਰਾਉਣਾ ਤੇ ਦਾਨ ਦੇਣਾ। ਪੰਜਵਾਂ ਕੰਮ ਹੈ ਦਾਨ ਦੇਣਾ, ਆਪਣੇ ਹੱਥੋਂ ਇਹ ਦਾਨ ਦੇਣਾ, ਵੰਡਣਾ ਅੱਗੇ। ਅਤੇ ਛੇਵਾਂ ਕੰਮ ਇਹ ਹੈ ਵੀ ਦਾਨ ਲੈਣਾ। ਇਹ ਬ੍ਰਾਹਮਣ ਦੇ 6 ਕਰਮ ਸਨ, ਪਰ ਉਹ 6ਾਂ ਵਿੱਚੋਂ ਮੁੱਖ ਤੌਰ ਤੇ ਥੋੜ੍ਹੇ ਹੀ ਰਹਿ ਗਏ। ਥੋੜ੍ਹੇ ਕਿਸ ਤਰ੍ਹਾਂ ਰਹਿ ਗਏ? ਵਿਦਿਆ ਪੜ੍ਹਨੀ ਆਪ ਤੇ ਪੜ੍ਹ ਲਈ, ਪਰ ਅੱਗੇ ਨਹੀਂ ਵਿਦਿਆ ਪੜ੍ਹਾਈ, ਆਪ ਇਕੱਠੀ ਕਰਕੇ ਬੈਠਾ, ਮੈਂ ਗਾਂਹ ਕਿਸੇ ਨੂੰ ਗੁਰ ਨਹੀਂ ਦੇਵਾਂਗਾ। ਅੱਗੇ ਸੀਗਾ ਜੱਗ ਕਰਨਾ, ਆਪ ਤੇ ਜੱਗ ਕਰਦਾ ਨਹੀਂ, ਪਰ ਦੂਜਿਆਂ ਕੋਲੋਂ ਜੱਗ ਕਹਿ ਕੇ ਕਰਵਾਉਂਦਾ ਤੇ ਉਹਨਾਂ ਕੋਲੋਂ ਫਿਰ ਦਛਨਾ ਲੈ ਕੇ ਆਪਣੇ ਕੋਲ ਰੱਖ ਲੈਂਦਾ ਹੈ। ਅਗਲਾ ਕਰਮ ਸੀ ਵੀ ਦਾਨ ਆਪ ਦੇਣਾ, ਪਰ ਆਪ ਨਹੀਂ ਦਿੰਦਾ, ਦਾਨ ਲੈ ਕੇ ਰੱਖਦਾ ਹੈ। ਆਪ ਦਾਨ ਲੈਂਦਾ ਪਰ ਦਿੰਦਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਰਿਆ ਚਾਰ ਖਟਹਿ ਕਰਹਿ ਖਟ ਕਰਮਾ। ਇਹ ਜਿਹੜੇ 6 ਕੰਮ ਨੇ ਇਹ ਬ੍ਰਾਹਮਣ ਦਾ ਫਰਜ਼ ਸੀਗਾ। ਗ੍ਰੰਥਾਂ ਵਿੱਚ ਲਿਖਿਆ ਵੀ ਇਹ 6 ਕਰਮ ਬ੍ਰਾਹਮਣ ਕਰੇ ਤੇ ਤਾਂ ਉਹਦਾ ਬ੍ਰਾਹਮਣ ਪੁਣਾ ਸਹੀ ਹੈ। ਤੇ ਸਾਰੇ ਸੰਸਾਰ ਦੀ ਜਿੰਨੀ ਵੀ ਲੁਕਾਈ ਹੈ ਉਹ ਕੋਈ ਨਾ ਕੋਈ ਕਰਮ ਕਾਂਡ ਵਿੱਚ ਲੱਗੀ ਹੋਈ ਹੈ। ਕਿਸੇ ਨਾ ਕਿਸੇ ਕਰਮ ਨੂੰ ਹਰੇਕ ਨੇ ਅਪਣਾਇਆ ਹੋਇਆ ਹੈ। ਪਾਤਸ਼ਾਹ ਕਹਿਣ ਲੱਗੇ ਇਹ ਧਰਾਤੇ ਸੰਸਾਰੀ ਜਿੰਨੇ ਵੀ ਇਹ ਸੰਸਾਰੀ ਜੀਵ ਨੇ ਇਹ ਕਿਸੇ ਨਾ ਕਿਸੇ ਇਹੋ ਜਿਹੇ ਕੰਮ ਵਿੱਚ ਲੱਗੇ ਹੋਏ ਨੇ, ਕਿਸੇ ਨਾ ਕਿਸੇ ਭਰਮ ਦੇ ਵਿੱਚ ਜਾਂ ਕਰਮ ਦੇ ਵਿੱਚ ਲੱਗੇ ਹੋਏ। ਸਾਰਾ ਸੰਸਾਰ ਇਸੇ ਤਰ੍ਹਾਂ ਲੱਗਾ ਹੋਇਆ ਹੈ। ਅੰਤਰ ਮੈਲ ਨਾ ਉਤਰੈ ਹਉਮੈ ਬਿਨ ਗੁਰ ਬਾਜੀ ਹਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਿਨਾਂ ਗੁਰੂ ਤੋਂ ਜਿੰਨੇ ਮਰਜ਼ੀ ਤੂੰ ਕਰਮ ਕਾਂਡ ਕਰ ਲਾ। ਮੈਂ ਗੰਗਾ ਤੇ ਇਸ਼ਨਾਨ ਕਰਾਂਗਾ, ਮੈਂ ਹਰਿਦੁਆਰ ਜਾ ਕੇ ਇਸ਼ਨਾਨ ਕਰਾਂਗਾ, ਮੈਂ ਕੁਰੂਕਸ਼ੇਤਰ ਜਾ ਕੇ ਇਸ਼ਨਾਨ ਕਰਾਂਗਾ, ਕਰ ਲੈ, ਪਰ ਗੁਰੂ ਤੋਂ ਬਿਨਾਂ ਹਉਮੈ ਦੀ ਮੈਲ ਕੋਈ ਨਹੀਂ ਕੱਟੀ ਜਾਣੀ। ਮੈਂ ਇਹ ਦਾਨ ਕਰਾਂਗਾ, ਦਾਨ ਵੀ ਕਰ ਲਿਆ, ਪਰ ਦਾਨ ਕਰਕੇ ਵੀ ਹਉਮੈ ਘਟਣੀ ਨਹੀਂ, ਸਗੋਂ ਵੱਧ ਜਾਣੀ ਹੈ ਕਿ ਮੈਂ ਏਡਾ ਵੱਡਾ ਦਾਨੀ ਆ, ਮੈਂ ਇੰਨਾ ਦਾਨ ਅੱਗੇ ਵੰਡਿਆ। ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਇਹ ਹੰਕਾਰ ਹੈ ਕਿ ਮੈਂ ਦਾਨ ਵੰਡਾਂ ਤੇ ਦੁਨੀਆ ਮੇਰੀ ਸ਼ੋਭਾ ਕਰੇ ਵੀ ਇਹਦੇ ਵਰਗਾ ਦਾਨੀ ਕੋਈ ਨਹੀਂ ਹੈਗਾ। ਇਹ ਹਉਮੈ ਵੱਧ ਗਈ ਨਾ, ਹੰਕਾਰ ਵੱਧ ਗਿਆ। ਹੋਰ ਪਾਤਸ਼ਾਹ ਜੀ ਕਹਿਣ ਲੱਗੇ ਬਿਨ ਗੁਰ, ਗੁਰੂ ਤੋਂ ਬਿਨਾ ਤੇਰੇ ਅੰਦਰੋਂ ਹਉਮੈ ਦੀ ਮੈਲ ਉਤਰਨੀ ਨਹੀਂ, ਸਗੋਂ ਵਧਣੀ ਹੈ। ਜੇ ਤੀਰਥਾਂ ਦੀ ਯਾਤਰਾ ਵੱਧ ਵਾਰੀ ਕਰੇਗਾ ਤੇ ਤਾਂ ਵੀ ਹਉਮੈ ਹੈ। ਜੇ ਤੀਰਥਾਂ ਤੇ ਜਾ ਕੇ ਬਹੁਤੇ ਇਸ਼ਨਾਨ ਕਰੇਗਾ ਤਾਂ ਵੀ ਹਉਮੈ ਹੈ। ਜੇ ਬਹੁਤਾ ਦਾਨ ਵੀ ਵੰਡਦਾ ਪਿਆ ਤੇ ਤਾਂ ਵੀ ਹਉਮੈ ਹੈ ਵੀ ਮੇਰੇ ਵਰਗਾ ਤੇ ਦਾਨ ਕਿਸੇ ਨੇ ਵੰਡਿਆ ਨਹੀਂ। ਤੇ ਜੇ ਵਿਦਿਆ ਪੜ੍ਹ ਲਈ, ਪੜ੍ਹ ਗੱਡੀ ਲੱਦੀ ਹੈ, ਜੇ ਵਿਦਿਆ ਪੜ੍ਹ ਵੀ ਲਈ ਤੇ ਤਾਂ ਵੀ ਹੰਕਾਰ ਆ ਜਾਣਾ ਵੀ ਮੇਰੇ ਜਿੰਨਾ ਪੜ੍ਹਿਆ ਕੋਈ ਨਹੀਂ ਹੈ। ਕਿਤੇ ਨਾ ਕਿਤੇ ਹਉਮੈ ਜਿਹੜੀ ਅੰਦਰ ਘਰ ਕਰ ਜਾਂਦੀ ਹੈ। ਜਿਵੇਂ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਹੈ ਨਾ, ਬਜ਼ੁਰਗਾਂ ਨੂੰ ਕਹਿਣ ਲੱਗੀ ਵੀ ਤੁਸੀਂ ਸਾਡੇ ਬਰਾਬਰ ਨਹੀਂ ਹੋ, ਕਿਉਂਕਿ ਤੁਸੀਂ ਸਾਡੇ ਜਿੰਨਾ ਪੜ੍ਹੇ ਨਹੀਂ। ਅਸੀਂ ਬਹੁਤ ਜ਼ਿਆਦਾ ਵਿਦਿਆ ਪੜ੍ਹ ਲਈ ਹੈ, ਬੜੀਆਂ ਵੱਡੀਆਂ ਡਿਗਰੀਆਂ ਸਾਡੇ ਕੋਲ ਨੇ, ਸਾਨੂੰ ਸੰਸਾਰ ਵਿੱਚ ਜਿਉਣ ਦਾ ਤਰੀਕਾ ਹੈ, ਢੰਗ ਹੈ, ਪਰ ਤੁਹਾਡੇ ਕੋਲ ਨਹੀਂ ਹੈ। ਅਸੀਂ ਬੜੇ ਸਿਆਣੇ ਹਾਂ। ਇਸ ਤਰ੍ਹਾਂ ਦਾ ਤਰਕ ਕੁਤਰਕ ਦਿੱਤਾ ਜਾਂਦਾ। ਮਹਾਰਾਜ ਕਹਿਣ ਲੱਗੇ ਭਾਈ ਇਹ ਸਾਰਾ ਕੁਝ ਹਉਮੈ ਹੀ ਹੈ ਵੀ ਮੇਰੇ ਜਿੰਨਾ ਪੜ੍ਹਿਆ ਕੋਈ ਨਹੀਂ, ਮੇਰੇ ਵਰਗਾ ਢੰਗ ਤਰੀਕਾ ਕਿਸੇ ਕੋਲ ਨਹੀਂ ਹੈ। ਇਹ ਹਉਮੈ ਹੈ ਤੇਰੇ ਮਨ ਵਿੱਚ ਵਧੀ ਹੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੰਤਰ ਮੈਲ ਨਾ ਉਤਰੈ ਹਉਮੈ। ਇਹ ਹਉਮੈ ਦੀ ਮੈਲ ਨਹੀਂ ਉਤਰਨੀ। ਕਿਉਂ ਨਹੀਂ ਉਤਰਨੀ? ਕਿਉਂਕਿ ਬਿਨ ਗੁਰ ਤੂੰ ਹਾਲੇ ਤੱਕ ਗੁਰੂ ਧਾਰਨ ਨਹੀਂ ਕੀਤਾ। ਜਿੰਨਾ ਚਿਰ ਗੁਰੂ ਨੂੰ ਨਹੀਂ ਧਾਰਨ ਕਰਦਾ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਤੇ ਨਹੀਂ ਚੱਲਦਾ, ਉਹਨਾਂ ਚਿਰ ਹਉਮੈ ਨਹੀਂ ਕੱਟੀ ਜਾਣੀ, ਹੰਕਾਰ ਕੋਈ ਨਹੀਂ ਕੱਟਿਆ ਜਾਣਾ। ਤੇ ਪਾਤਸ਼ਾਹ ਕਹਿਣ ਲੱਗੇ ਬਾਜੀ ਹਾਰੀ। ਇਹ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਤੂੰ ਚਲਾ ਜਾਏ।
ਹੰਕਾਰ ਵੀ ਜਿਹੜਾ ਹੈ ਨਾ ਬੰਦੇ ਨੂੰ ਉਹ ਸੰਸਾਰ ਵਿੱਚ ਡੋਬ ਦਿੰਦਾ ਹੈ। ਇੱਕ ਮਹਾਤਮਾ ਕਹਿੰਦੇ ਇੱਕ ਨਗਰ ਦੇ ਵਿੱਚ ਰਹਿੰਦੇ ਸਨ ਜਾਂ ਇੱਕ ਰਾਜੇ ਦੇ ਕੋਲ ਰਹਿੰਦੇ ਤੇ ਉਹਨਾਂ ਨੇ 6-6 ਮਹੀਨੇ ਜਾਂ ਸਾਲ ਅੰਦਰ ਗੁਫਾ ਦੇ ਬੈਠੇ ਰਹਿਣਾ, ਸਮਾਧੀ ਲਾ ਕੇ ਤੇ ਸਾਲ ਜਾਂ 6-6 ਮਹੀਨੇ ਭੋਜਨ ਹੀ ਕੋਈ ਨਾ ਕਰਨਾ। ਇਲਾਕੇ ਦੇ ਵਿੱਚ ਬੜਾ ਰੌਲਾ ਪੈ ਗਿਆ ਵੀ ਐਸ ਰਾਜੇ ਦੇ ਕੋਲ ਇੱਕ ਮਹਾਤਮਾ ਰਹਿੰਦਾ, ਉਹ 6 ਮਹੀਨੇ ਰੋਟੀ ਪਾਣੀ ਨਹੀਂ ਖਾਂਦਾ, ਗੁਫਾ ਦੇ ਵਿੱਚ ਸਮਾਧੀ ਵਿੱਚ ਬੈਠਾ ਰਹਿੰਦਾ। ਉਹਦੀ ਮਹਿਮਾ ਸੁਣ ਕੇ ਬੜੇ ਲੋਕ, ਰਾਜੇ ਦੇ ਵਜ਼ੀਰ ਤੇ ਸਮੇਤ ਰਾਜਾ ਢੋਲ ਲੈ ਕੇ, ਬੜੇ ਛੈਣੇ ਲੈ ਕੇ, ਵਾਜੇ ਗਾਜੇ ਲੈ ਕੇ ਉਹਦੀ ਗੁਫਾ ਦੇ ਅੱਗੇ ਖੜ ਜਾਣਾ ਵੀ ਅੱਜ ਇਸ ਨੇ ਗੁਫਾ ਵਿੱਚੋਂ ਬਾਹਰ ਨਿਕਲਣਾ। ਤੇ ਜਦੋਂ ਉਸ ਮਹਾਤਮਾ ਨੇ ਗੁਫਾ ਵਿੱਚੋਂ ਬਾਹਰ ਨਿਕਲਣਾ, ਉਹਦੇ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਜਾਣੇ, ਉਹਨੂੰ ਹਾਥੀ ਤੇ ਬਿਠਾਇਆ ਜਾਣਾ, ਸਾਰੇ ਨਗਰ ਵਿੱਚ ਚੱਕਰ ਲਵਾਇਆ ਜਾਣਾ ਵੀ ਇਹ ਐਡਾ ਵੱਡਾ ਤਪਸਵੀ ਹੈ ਵੀ 6 ਮਹੀਨੇ ਤੱਕ ਜਾਂ ਸਾਲ ਤੱਕ ਇਹਨੇ ਭੋਜਨ ਕੋਈ ਨਹੀਂ ਖਾਧਾ, ਭੁੱਖਾ ਬੈਠਾ ਰਿਹਾ, ਐਸਾ ਇਹਦਾ ਤਪ ਹੈ, ਐਸੀ ਇਹਦੀ ਬੰਦਗੀ ਹੈ। ਉਹਦੀ ਬੜੀ ਜੈ ਜੈਕਾਰ ਹੋਣੀ, ਲੋਕਾਂ ਨੇ ਨਮਸਕਾਰਾਂ ਕਰਨੀਆਂ, ਲੋਕਾਂ ਨੇ ਉਹਦੇ ਦਰਸ਼ਨ ਕਰਨ ਵਾਸਤੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਪੈਣਾ। ਇੰਨੀ ਉਪਮਾ ਜਦੋਂ ਹੋਈ, ਇੰਨੀ ਵਡਿਆਈ ਹੋਈ ਤੇ ਇੱਕ ਦਿਨ ਕੋਈ ਮਹਾਤਮਾ ਹੋਰ ਆ ਗਿਆ ਕੋਲ ਤੇ ਰਾਜੇ ਨੇ ਫਿਰ ਉਹ ਨਵੇਂ ਆਏ ਮਹਾਤਮਾ ਨੂੰ ਆਖਿਆ, ਕਹਿਣ ਲੱਗੇ ਵੀ ਇਹ ਮਹਾਤਮਾ ਜੀ, ਸਾਡੇ ਰਾਜ ਦੇ ਵਿੱਚ ਇੱਕ ਸਾਧੂ ਰਹਿੰਦਾ ਤੇ ਉਹ 6 ਮਹੀਨੇ ਤੱਕ ਭੋਜਨ ਕੋਈ ਨਹੀਂ ਖਾਂਦਾ ਜਾਂ ਸਾਲ ਤੱਕ ਭੋਜਨ ਕੋਈ ਨਹੀਂ ਖਾਂਦਾ ਤੇ ਇਸ ਤਰ੍ਹਾਂ ਉਹ ਗੁਫਾ ਦੇ ਵਿੱਚ ਬੈਠਾ ਰਹਿੰਦਾ, ਉਹਨੂੰ ਭੁੱਖ ਹੀ ਨਹੀਂ ਲੱਗਦੀ ਹੈ। ਉਹ ਜਿਹੜੇ ਮਹਾਤਮਾ ਆਏ ਸਨ ਉਹ ਜਾਣ ਗਏ ਵੀ ਅਸਲੀ ਗੱਲ ਕੀ ਹੈ। ਕਹਿਣ ਲੱਗੇ, ਰਾਜਨ ਹੁਣ ਅਸੀਂ ਤੈਨੂੰ ਇੱਕ ਤਰੀਕਾ ਦੱਸਦੇ ਹਾਂ। ਤਰੀਕਾ ਇਹ ਹੈ ਵੀ ਜਿਸ ਦਿਨ ਉਹਨਾਂ ਨੇ ਹੁਣ ਗੁਫਾ ਵਿੱਚੋਂ ਨਿਕਲਣਾ ਹੈ, ਤੂੰ ਸ਼ਹਿਰ ਦੇ ਵਿੱਚ ਐਲਾਨ ਕਰ ਦੇ ਵੀ ਕੋਈ ਗੁਫਾ ਦੇ ਨੇੜੇ ਨਾ ਜਾਏ, ਕੋਈ ਫੁੱਲਾਂ ਦਾ ਹਾਰ ਲੈ ਕੇ ਨਾ ਜਾਏ, ਕੋਈ ਹਾਥੀ ਲੈ ਕੇ ਨਾ ਜਾਏ, ਕੋਈ ਨਮਸਕਾਰ ਕਰਨ ਵਾਲਾ ਕੋਈ ਨਾ ਜਾਏ, ਗੁਫਾ ਦੇ ਲਾਗੇ ਬੰਦਾ ਦਿਸਣਾ ਕੋਈ ਨਹੀਂ ਚਾਹੀਦਾ। ਰਾਜੇ ਨੇ ਇਸੇ ਤਰ੍ਹਾਂ ਹੁਕਮ ਕਰ ਦਿੱਤਾ, ਐਲਾਨ ਕਰ ਦਿੱਤਾ ਵੀ ਉਸ ਮਹਾਤਮਾ ਦੀ ਗੁਫਾ ਦੇ ਕੋਲ ਜਿਹੜਾ ਜਾਵੇਗਾ ਮੈਂ ਉਹਨੂੰ ਸਜ਼ਾ ਦੇਵਾਂਗਾ, ਕੋਈ ਵੀ ਨਾ ਜਾਵੇ। ਰਾਜੇ ਦਾ ਹੁਕਮ ਸੁਣ ਕੇ ਜਦੋਂ ਕੋਈ ਵੀ ਪ੍ਰਜਾ ਦੇ ਵਿੱਚੋਂ, ਸ਼ਹਿਰ ਦੇ ਵਿੱਚੋਂ ਬੰਦਾ ਕੋਈ ਹਾਰ ਲੈ ਕੇ ਨਹੀਂ ਗਿਆ, ਕੋਈ ਹਾਥੀ ਲੈ ਕੇ ਨਹੀਂ ਗਿਆ, ਕੋਈ ਜੈ ਜੈਕਾਰ ਕਰਨ ਵਾਸਤੇ ਨਹੀਂ ਗਿਆ, ਤੇ ਉਹ ਮਹਾਤਮਾ ਜਿਹੜਾ ਗੁਫਾ ਦੇ ਵਿੱਚ ਬੈਠਾ ਸੀ ਨਾ, ਜਦੋਂ ਉੱਠ ਕੇ ਬਾਹਰ ਨਿਕਲਿਆ ਬੜੀ ਹਉਮੈ ਦੇ ਨਾਲ ਕਿ ਹੁਣ ਮੇਰੀ ਜੈ ਜੈਕਾਰ ਹੋਣੀ ਹੈ, ਹੁਣ ਮੈਨੂੰ ਸਲਾਮਾਂ ਹੋਣਗੀਆਂ, ਹੁਣ ਮੇਰੀ ਉਸਤਤ ਹੋਵੇਗੀ। ਤੇ ਜਦੋਂ ਬਾਹਰ ਆ ਕੇ ਵੇਖਿਆ ਤੇ ਕੋਈ ਵੀ ਨਹੀਂ ਹੈ। ਤੇ ਜਦੋਂ ਵੇਖਿਆ ਵੀ ਕੋਈ ਵੀ ਨਹੀਂ ਹੈ ਬਾਹਰ ਮੈਨੂੰ ਲੈਣ ਆਇਆ ਜਾਂ ਮੈਨੂੰ ਮੇਰੀ ਸਲਾਮ ਕਰਨ ਵਾਸਤੇ ਕੋਈ ਨਹੀਂ ਆਇਆ, ਤੇ ਕਹਿਣ ਲੱਗੇ ਗਸ਼ ਖਾ ਕੇ ਡਿੱਗ ਪਿਆ ਤੇ ਡਿੱਗ ਕੇ ਉਹਦੀ ਮੌਤ ਹੋ ਗਈ, ਮਰ ਗਿਆ। ਰਾਜਾ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਇਹ ਕੀ ਬਣਿਆ ਹੈ। ਉਹ ਜਿਹੜੇ ਨਵੇਂ ਮਹਾਤਮਾ ਆਏ ਸਨ ਫਿਰ ਉਹਨਾਂ ਕੋਲੋਂ ਪੁੱਛਿਆ, ਕਹਿਣ ਲੱਗੇ ਜੀ ਇਹ ਮਰ ਕਿਉਂ ਗਿਆ, ਕਾਰਨ ਕੀ ਹੈ। ਤੂੰ ਮਹਾਤਮਾ ਦੱਸਣ ਲੱਗੇ, ਰਾਜਨ ਇਹ ਭਾਵੇਂ ਰੋਟੀ ਨਹੀਂ ਸੀ ਖਾਂਦਾ, ਭਾਵੇਂ ਭੋਜਨ ਨਹੀਂ ਸੀ ਖਾਂਦਾ, ਪਰ ਇਹ ਹਉਮੈ ਨੂੰ ਖਾਂਦਾ ਸੀ ਵੀ ਮੇਰੇ ਵਿੱਚ ਇੰਨੀ ਸ਼ਕਤੀ ਹੈ ਜਾਂ ਮੇਰੇ ਵਿੱਚ ਇੰਨਾ ਬਲ ਹੈ ਕਿ ਮੈਂ 6 ਮਹੀਨੇ ਤੱਕ ਭੁੱਖਾ ਰਹਿੰਦਾ ਹਾਂ, ਅਤੇ ਜਦੋਂ ਮੈਂ ਗੁਫਾ ਵਿੱਚੋਂ ਬਾਹਰ ਨਿਕਲਦਾ ਲੋਕ ਮੇਰੀ ਜੈ ਜੈਕਾਰ ਕਰਨਗੇ। ਇਹ ਆਪਣੀ ਜੈ ਜੈਕਾਰ ਦਾ ਭੁੱਖਾ ਸੀ, ਇਹਨੂੰ ਉਹੀ ਭੁੱਖ ਸੀ, ਤੇ ਜਦੋਂ ਲੋਕ ਜੈ ਜੈਕਾਰ ਕਰਦੇ ਤੇ ਇਹ ਰੱਜ ਜਾਂਦਾ, ਹਉਮੈ ਵਿੱਚ ਆ ਜਾਂਦਾ ਵੀ ਮੇਰੇ ਵਰਗਾ ਕੋਈ ਨਹੀਂ ਹੈ। ਅੱਜ ਜਦੋਂ ਇਹਨੂੰ ਲੈਣ ਕੋਈ ਨਹੀਂ ਆਇਆ, ਇਹਨੂੰ ਕਿਸੇ ਨੇ ਜੈ ਜੈਕਾਰ ਨਹੀਂ ਕੀਤੀ ਹੈ, ਇਹਨੂੰ ਕਿਸੇ ਨੇ ਸਲਾਮ ਨਹੀਂ ਕੀਤੀ ਹੈ, ਇਹ ਭੁੱਖ ਦੇ ਦੁੱਖ ਨੂੰ ਜਰ ਨਹੀਂ ਸਕਿਆ ਤੇ ਉਸੇ ਭੁੱਖ ਦੇ ਦੁੱਖ ਦੇ ਨਾਲ ਹੀ ਮਰ ਗਿਆ ਹੈ। ਤਾਂ ਮਰਿਆ ਵੀ ਇਹਨੂੰ ਹਉਮੈ ਦਾ ਪ੍ਰਸ਼ਾਦ ਮਿਲਿਆ ਨਹੀਂ ਖਾਣ ਵਾਸਤੇ, ਜੇ ਮਿਲ ਜਾਂਦਾ ਤੇ ਫਿਰ ਨਹੀਂ ਸੀ ਮਰਦਾ। 6 ਮਹੀਨੇ ਦੀ ਭੁੱਖ ਤੇ ਕੱਟ ਸਕਦਾ ਸੀ, ਪਰ ਤਾਂ ਕੱਟੀ ਜਾ ਸਕਦੀ ਸੀ ਜੇ ਕੋਈ ਆਖੇ ਵੀ ਤੇਰੇ ਵਰਗਾ ਸਾਧੂ ਕੋਈ ਨਹੀਂ ਹੈ, ਤੂੰ 6 ਮਹੀਨੇ ਤੱਕ ਭੁੱਖਾ ਰਹਿੰਦਾ, ਤੇਰੀ ਤੇ ਬੰਦਗੀ ਬੜੀ ਹੈ, ਤੇਰਾ ਤੇ ਤਪ ਬੜਾ, ਤੂੰ ਤੇ ਬੜਾ ਹਠੀ ਤਪੀ ਹੈ। ਜੇ ਕੋਈ ਇੰਨੀ ਗੱਲ ਕਵੇ ਤੇ 6 ਮਹੀਨੇ ਦੀ ਭੁੱਖ ਵੀ ਇਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ। ਤੇ ਜਦੋਂ ਇਹ ਗੱਲ ਕਿਸੇ ਨੇ ਨਹੀਂ ਆਖੀ ਹੈ, ਫਿਰ ਉਹ ਜਰ ਨਹੀਂ ਸਕਿਆ, ਸਹਿ ਨਹੀਂ ਸਕਿਆ, ਉਸੇ ਹੀ ਭੁੱਖ ਦੇ ਕਸ਼ਟ ਦੇ ਨਾਲ ਉਹ ਮਰ ਗਿਆ। ਮਹਾਰਾਜ ਕਹਿਣ ਲੱਗੇ, ਭਾਈ ਅੰਤਰ ਮੈਲ ਨਾ ਉਤਰੈ ਹਉਮੈ। ਇਹ ਅੰਦਰ ਜਿਹੜੀ ਹਉਮੈ ਦੀ ਮੈਲ ਹੈ ਨਾ, ਜੇ ਕੋਈ ਬੰਦਾ ਆਖੇ ਵੀ ਮੈਂ 6 ਮਹੀਨੇ ਸਮਾਧੀ ਵਿੱਚ ਬੈਠ ਕੇ ਤੇ ਇਹ ਮੇਰੀ ਹਉਮੈ ਦੀ ਮੈਲ ਉਤਰ ਜਾਵੇਗੀ, ਜਿਨ੍ਹਾਂ ਨੇ ਕਈ ਮਹੀਨੇ ਸਮਾਧੀਆਂ ਲਾਈਆਂ ਹਉਮੈ ਦੀ ਮੈਲ ਤੇ ਉਹਨਾਂ ਦੀ ਵੀ ਖਤਮ ਨਹੀਂ ਹੋਈ, ਸਗੋਂ ਹੋਰ ਹਉਮੈ ਵਾਸਤੇ ਇਸ ਤਰ੍ਹਾਂ ਦੇ
ਕਠਨ ਤੋਂ ਕਠਨ ਯਤਨ ਕਰਦੇ ਰਹਿ। ਪਾਤਸ਼ਾਹ ਕਹਿਣ ਲੱਗੇ ਬਿਨ ਗੁਰ ਪੂਰੇ ਗੁਰੂ ਤੋਂ ਬਿਨਾ ਬਾਜੀ ਹਾਰੀ। ਇਹ ਸੰਸਾਰ ਦੇ ਵਿੱਚ ਮਨੁੱਖਾ ਜਨਮ ਦੀ ਤੂੰ ਬਾਜੀ ਹਾਰ ਜਾਏਗਾ। ਇਹ ਮਨੁੱਖਾ ਜਨਮ ਦੀ ਬਾਜੀ ਜਿੱਤੀ ਕੋਈ ਨਹੀਂ ਜਾਣੀ ਜਿੰਨਾ ਚਿਰ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤਾਂ ਹੀ ਮਹਾਰਾਜ ਨੇ ਆਖਿਆ ਵੀ ਪੂਰੇ ਗੁਰੂ ਦੀ ਸਿੱਖਾ ਪ੍ਰਾਪਤੀ ਕਰ। ਜਿੰਨਾ ਚਿਰ ਅਧੂਰਿਆਂ ਦੇ ਪਿੱਛੇ ਲੱਗਾ, ਪਖੰਡੀਆਂ ਦੇ ਪਿੱਛੇ ਲੱਗਾ, ਉਹਨਾਂ ਚਿਰ ਤੇਰਾ ਵੀ ਭਲਾ ਕੋਈ ਨਹੀਂ। ਪੂਰੇ ਗੁਰੂ ਦੇ ਚਰਨੀ ਲੱਗੇਗਾ, ਗੁਰੂ ਵਾਲਾ ਬਣੇਗਾ ਤੇ ਤਾਂ ਤੂੰ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਸਕਦਾ ਹੈ। ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ। ਐ ਮੇਰੇ ਠਾਕੁਰ ਮੇਰੇ ਮਾਲਕ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਜਦੋਂ ਆਪਾਂ ਮੱਥਾ ਟੇਕਦੇ ਹਾਂ ਨਾ, ਆ ਕੇ ਮੱਥਾ ਟੇਕ ਕੇ ਅਸੀਂ ਦੁਨੀਆ ਦੇ ਪਦਾਰਥ ਮੰਗਦੇ ਹਾਂ। ਮੈਨੂੰ ਇਹ ਮਿਲ ਜਾਵੇ, ਮੈਨੂੰ ਇਹ ਮਿਲ ਜਾਵੇ, ਮੇਰੇ ਪੁੱਤਰ ਨੂੰ ਇਹ ਮਿਲੇ, ਮੇਰੀ ਧੀ ਨੂੰ ਇਹ ਮਿਲ ਜਾਵੇ, ਮੇਰੇ ਪਰਿਵਾਰ ਨੂੰ ਇਹ ਕੁਝ ਮਿਲੇ, ਅਸੀਂ ਇਹ ਮੰਗਦੇ ਹਾਂ। ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਅਰਦਾਸ ਇਹ ਕਰਿਆ ਕਰ ਮੇਰੇ ਠਾਕੁਰ ਰੱਖ ਲੈ ਹੋ ਕਿਰਪਾ ਧਾਰੀ। ਮੈਂ ਤੁਹਾਡੇ ਚਰਨਾਂ ਤੇ ਆ ਕੇ ਮੱਥਾ ਟੇਕਿਆ, ਮੇਰੇ ਤੇ ਕਿਰਪਾ ਕਰਕੇ ਮੈਨੂੰ ਰੱਖ ਲਵੋ, ਸੰਸਾਰ ਵੱਲੋਂ ਬਚਾ ਲੈਣਾ ਕਰੋ, ਇਹ ਮੇਰੇ ਤੇ ਕਿਰਪਾ ਕਰੋ। ਕੋਟ ਮਦੈ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ। ਪਾਤਸ਼ਾਹ ਕਹਿਣ ਲੱਗੇ ਕਰੋੜਾਂ ਵਿੱਚ ਕੋਈ ਸੇਵਕ ਵਿਰਲਾ ਹੀ ਹੁੰਦਾ। ਮੱਥਾ ਟੇਕਣ ਵਾਲਿਆਂ ਦੀ ਗਿਣਤੀ ਤੇ ਹਜ਼ਾਰਾਂ ਵਿੱਚ ਹੈ, ਲੱਖਾਂ ਦੇ ਵਿੱਚ ਹੈ, ਕਰੋੜਾਂ ਵਿੱਚ ਵੀ ਹੋ ਸਕਦੀ ਹੈ। ਪਰ ਉਹਨਾਂ ਕਰੋੜਾਂ ਲੱਖਾਂ ਦੇ ਵਿੱਚ ਜਿਹੜਾ ਅਸਲੀ ਸੇਵਕ ਹੈ ਨਾ, ਜਿਹਦੇ ਮਨ ਵਿੱਚ ਇਹ ਇੱਛਾ ਹੈ ਕਿ ਮੈਂ ਕੇਵਲ ਮੁਕਤੀ ਲੈਣੀ ਹੈ, ਜਾਂ ਮਨ ਵਿੱਚ ਇਹ ਇੱਛਾ ਹੈ ਕਿ ਮੈਂ ਕੇਵਲ ਪਰਮਾਤਮਾ ਦੇ ਦੀਦਾਰ ਕਰਨੇ ਨੇ, ਉਹ ਕਰੋੜਾਂ ਵਿੱਚ ਕੋਈ ਇੱਕੋ ਹੀ ਹੋਵੇਗਾ। ਬਾਕੀ ਤੇ ਸਾਰੇ ਆਪਾਂ ਵਪਾਰੀ ਇਕੱਠੇ ਕੀਤੇ ਆ ਵੀ ਮੈਂ ਇੰਨੇ ਕਦਮ ਚੱਲ ਕੇ ਆਇਆ ਹਾਂ ਤੇ ਮੈਂ ਗੁਰੂ ਕੋਲੋਂ ਇਹ ਮੰਗਣਾ ਹੈ। ਇਹ ਤੇ ਵਪਾਰ ਹੋ ਗਿਆ ਨਾ, ਸੌਦਾ ਹੋ ਗਿਆ। ਜਿਵੇਂ ਅਸੀਂ ਦੁਕਾਨ ਤੇ ਜਾਂਦੇ ਆ, ਇੱਕ ਹੱਥ ਮਾਇਆ ਦਿੱਤੀ ਹੈ ਤੇ ਦੂਜੇ ਹੱਥ ਪਦਾਰਥ ਖਰੀਦਿਆ। ਗੁਰੂ ਨੂੰ ਵੀ ਅਸੀਂ ਇਸੇ ਤਰ੍ਹਾਂ ਵਰਤਦੇ ਹਾਂ ਵੀ ਅਸੀਂ ਆਏ ਆ ਚੱਲ ਕੇ ਤੇ ਤੈਨੂੰ ਇੰਨੀ ਮਾਇਆ ਭੇਟ ਕੀਤੀ ਹੈ ਤੇ ਸਾਨੂੰ ਇਹਦੇ ਬਦਲੇ ਇਹ ਸੁੱਖ ਚਾਹੀਦਾ ਜਾਂ ਇਹ ਪਦਾਰਥ ਚਾਹੀਦਾ। ਪਾਤਸ਼ਾਹ ਕਹਿਣ ਲੱਗੇ ਕਰੋੜਾਂ ਵਿੱਚ ਕੋਈ ਵਿਰਲਾ ਜਿਹੜਾ ਅਸਲੀ ਸੇਵਕ ਮੁਕਤੀ ਦੀ ਇੱਛਾ ਰੱਖ ਕੇ ਬੈਠਾ ਹੈ। ਨਹੀਂ ਤੇ ਦੁਨੀਆ ਦੇ ਲੋਕ ਤੇ ਕੇਵਲ ਵਪਾਰ ਕਰਦੇ ਗੁਰੂ ਦੇ ਨਾਲ ਆ ਕੇ ਕਿ ਅਸੀਂ ਤੇ ਵਪਾਰੀ ਆ, ਅਸੀਂ ਤੈਨੂੰ ਇਹ ਦੇਵਾਂਗੇ, ਤੂੰ ਸਾਨੂੰ ਇਹ ਦੇ। ਜਿਵੇਂ ਆਪਾਂ ਕਹਿ ਦਿੰਦੇ ਨਾ ਮੇਰਾ ਇਹ ਕੰਮ ਬਣ ਜਾਵੇ ਮੈਂ ਪਾਠ ਕਰਾਵਾਂਗਾ, ਮੇਰਾ ਇਹ ਕੰਮ ਬਣੇ ਮੈਂ ਦਾਨ ਕਰਾਂਗਾ, ਇਹ ਤੇ ਵਪਾਰ ਹੋ ਗਿਆ। ਪਾਤਸ਼ਾਹ ਕਹਿਣ ਲੱਗੇ ਵਪਾਰੀ ਇਕੱਠੇ ਕੀਤੇ, ਵਪਾਰ ਕਰਨ ਆਉਂਦੇ ਗੁਰੂ ਦੇ ਨਾਲ। ਇਸੇ ਤਰ੍ਹਾਂ ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ। ਪਾਤਸ਼ਾਹ ਕਹਿਣ ਲੱਗੇ ਕਰੋੜਾਂ ਵਿੱਚ ਸੇਵਕ ਤੇ ਵਿਰਲਾ ਹੈ, ਪਰ ਬਾਕੀ ਸਾਰੇ ਅਸੀਂ ਸਵਰਗਾਂ ਦੀ ਇੱਛਾ ਰੱਖ ਕੇ ਬੈਠੇ ਹਾਂ। ਜੇ ਅਸੀਂ ਸੂਟ ਵੀ ਦਾਨ ਕੀਤਾ ਹੈ ਨਾ ਤੇ ਸਾਡੇ ਮਨ ਵਿੱਚ ਇੱਛਾ ਕੀ ਹੈ, ਮੈਨੂੰ ਸਵਰਗ ਮਿਲ ਜਾਵੇ। ਮੈਂ ਜੁੱਤੀ ਦਾਨ ਕੀਤੀ ਹੈ, ਇਹਦਾ ਫਲ ਮੈਨੂੰ ਮਿਲੇ ਕਿ ਮੈਨੂੰ ਸਵਰਗ ਮਿਲ ਜਾਵੇ। ਮੈਂ ਪੈਸਾ ਦਾਨ ਕੀਤਾ ਤੇ ਇਹਦਾ ਫਲ ਮੈਨੂੰ ਸਵਰਗ ਮਿਲ ਜਾਵੇ। ਅਸੀਂ ਸਵਰਗਾਂ ਨੂੰ ਲੈਣ ਵਾਸਤੇ ਸਹਿਤ ਕਾਮਨਾ ਦੇ ਦਾਨ ਪੁੰਨ ਕਰਦੇ ਹਾਂ। ਦਾਨ ਪੁੰਨ ਕੀਤਾ ਜ਼ਰੂਰ ਹੈ, ਪਰ ਕੀਤਾ ਕਾਮਨਾ ਮੁੱਖ ਰੱਖ ਕੇ ਵੀ ਮੈਨੂੰ ਆਹ ਚੀਜ਼ ਮਿਲੇ। ਜਿਵੇਂ ਵਿਦਵਾਨਾਂ ਨੇ ਲਿਖਿਆ ਵੀ ਥੇਲੀ ਦੇ ਕੇ ਤੇ ਹਵੇਲੀ ਦੀ ਮੰਗ ਕਰਨੀ। ਕਿਸੇ ਮੰਗਤੇ ਉਹਨੂੰ ਥੇਲੀ ਦਾਨ ਕੀਤੀ ਤੇ ਮੁੜ ਕੇ ਉਹਨੂੰ ਆਖਿਆ ਵੀ ਤੂੰ ਮੈਨੂੰ ਇਹ ਅਸੀਸ ਦੇ ਕਿ ਮੈਂ ਵੱਡੀ ਹਵੇਲੀ ਦਾ ਮਾਲਕ ਬਣ ਜਾਵਾਂ। ਇਹ ਵਪਾਰ ਹੈ ਨਾ ਵੀ ਮੈਂ ਤੈਨੂੰ ਥੇਲੀ ਦਿੱਤੀ ਹੈ ਤੇ ਇਸ ਥੇਲੀ ਦੇ ਬਦਲੇ ਤੇਰੇ ਕੋਲੋਂ ਅਸੀਸ ਲੈਣੀ ਮੇਰਾ ਹੱਕ ਬਣਦਾ। ਉਹ ਮੇਰਾ ਹੱਕ ਮੈਨੂੰ ਦੇ ਕਿ ਮੈਂ ਹਵੇਲੀ ਦਾ ਮਾਲਕ ਬਣਾ, ਇਹ ਅਸੀਸ ਮੈਨੂੰ ਦੇ ਦੇ। ਪਾਤਸ਼ਾਹ ਕਹਿਣ ਲੱਗੇ ਅਸੀਂ ਤੇ ਸਾਰੇ ਵਪਾਰੀ ਹਾਂ, ਸਵਰਗਾਂ ਦੀ ਇੱਛਾ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਸਾਕਾਮ ਕਰਮ ਨੇ ਉਹਨਾਂ ਨੂੰ ਕਰਦੇ ਹਾਂ। ਰਹਾਉ ਸਾਸਤ ਵੇਦ ਸਿਮਰਤ ਸਭ ਸੋਧੇ, ਸਭ ਏਕਾ ਬਾਤ ਪੁਕਾਰੀ। ਭਾਵੇਂ ਕਿ ਸਾਨੂੰ ਸਿਮਰਤੀਆਂ ਤੇ ਸ਼ਾਸਤਰ ਨਹੀਂ ਪੜ੍ਹਨੇ ਆਉਂਦੇ, ਉਹਦਾ ਕਾਰਨ ਇਹ ਹੈ ਕਿ ਜਿਹੜੇ ਵੇਦ ਇਤਿਆਦਿਕ ਨੇ ਨਾ ਉਹ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਨੇ, ਜਿਹੜੀ ਸਾਨੂੰ ਪੜ੍ਹਨੀ ਨਹੀਂ ਆਉਂਦੀ ਹੈ। ਵੇਦ ਦਾ ਜੇ ਵਿਆਕਰਨ ਪੜ੍ਹਨਾ ਹੈ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਊੜਾ ਆੜਾ ਪੜ੍ਹ ਲੈਂਦੇ ਹਾਂ ਜਾਂ ਇਹ ਕੰਨਾ ਸਿਹਾਰੀ ਬਿਹਾਰੀ ਮੁਹਾਰਨੀ ਇਤਿਆਦਿਕ ਪੜ੍ਹਦੇ ਹਾਂ, ਜੇ ਵੇਦ ਨੂੰ ਪੜ੍ਹਨਾ ਤੇ 12 ਸਾਲ ਦਾ ਸਮਾਂ ਉਹਦੀ ਵਿਆਕਰਨ ਪੜ੍ਹਦਿਆਂ, ਉਹਦੀ ਵਿਆਖਿਆ ਨੂੰ ਪੜ੍ਹਦਿਆਂ ਲੱਗ ਜਾਂਦਾ। ਫਿਰ ਅੱਗੇ ਜਾ ਕੇ ਵੇਦ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਇੰਨਾ ਸਮਾਂ ਸਾਡੇ ਕੋਲ ਕਿੱਥੇ ਹੈ ਵੀ ਪਹਿਲਾਂ ਵੇਦ ਦੀ ਵਿਆਕਰਨ ਨੂੰ ਸਿੱਖੀਏ, ਫਿਰ ਕਿਸੇ ਚੰਗੇ ਪੰਡਤ ਕੋਲੋਂ ਜਾ ਕੇ ਵੇਦ ਪੜ੍ਹਨਾ ਸਿੱਖੀਏ ਤੇ ਫਿਰ ਸਾਨੂੰ ਪਤਾ ਲੱਗੇਗਾ ਵੇਦ ਵਿੱਚ ਲਿਖਿਆ ਕੀ ਹੈ, ਫਿਰ ਉਹਦੇ ਮੁਤਾਬਕ ਚੱਲਾਂਗੇ।
ਤੇ ਇਹ ਸਾਰਾ ਕੁਝ ਕਰਨ ਦੀ ਲੋੜ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਦੋਂ ਬਾਣੀ ਪੜ੍ਹੇਗਾ ਤੇ ਮਹਾਰਾਜ ਕਹਿਣ ਲੱਗੇ ਸਾਸਤ ਜਿਹੜੇ 6 ਸ਼ਾਸਤਰ ਨੇ, ਇਸੇ ਤਰ੍ਹਾਂ ਜਿਹੜੇ 4 ਵੇਦ ਨੇ ਅਤੇ ਜਿਹੜੀਆਂ 27 ਸਿਮਰਤੀਆਂ ਨੇ, ਇਹ ਸਾਰੇ ਗ੍ਰੰਥਾਂ ਵਿੱਚ ਇਹ ਗੱਲ ਲਿਖੀ ਹੈ। ਭਾਵੇਂ ਆਪ ਪੜ੍ਹ ਲਈ ਤੇ ਭਾਵੇਂ ਕਿਸੇ ਪੜ੍ਹੇ ਹੋਏ ਕੋਲੋਂ ਜਾ ਕੇ ਪੁੱਛ ਲਈ ਵੀ ਵੇਦ ਵਿੱਚ ਕੀ ਲਿਖਿਆ ਹੈ, ਸਿਮਰਤੀਆਂ ਸ਼ਾਸਤਰਾਂ ਵਿੱਚ ਕੀ ਲਿਖਿਆ ਹੈ। ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਭਾਈ ਇਹ ਜਿਹੜੀ ਬਾਤ ਹੈ ਨਾ, ਸਭ ਸੋਧੇ ਵਿਚਾਰ ਲੈ ਨੇ ਅਤੇ ਵਿਚਾਰਨ ਤੋਂ ਬਾਅਦ ਵਿੱਚ ਸਭ ਏਕਾ ਬਾਤ ਪੁਕਾਰੀ। ਇਹ ਸਾਰੇ ਗ੍ਰੰਥ ਪੁਕਾਰ ਕੇ ਆਵਾਜ਼ ਮਾਰ ਕੇ ਇੱਕੋ ਗੱਲ ਹੀ ਸਾਰੇ ਕਹਿੰਦੇ ਨੇ। ਉਹ ਕਿਹੜੀ ਗੱਲ ਹੈ, ਉਹ ਮਹਾਰਾਜ ਇੱਥੇ ਬਖਸ਼ਦੇ ਹਨ। ਬਿਨ ਗੁਰ ਮੁਕਤ ਨ ਕੋ ਪਾਵੈ, ਮਨ ਵੇਖੋ ਕਰ ਵਿਚਾਰੀ। ਇਹਨਾਂ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਭਾਈ ਗੁਰੂ ਬਿਨਾ ਮੁਕਤੀ ਨਹੀਂ ਮਿਲਣੀ। ਜੇ ਤੂੰ ਵੇਦ ਨੂੰ ਪੜ੍ਹੇਗਾ ਤੇ ਵੇਦ ਵਿੱਚ ਵੀ ਇਹ ਗੱਲ ਲਿਖੀ ਹੈ ਵੀ ਗੁਰੂ ਤੋਂ ਬਿਨਾ ਮੁਕਤ ਨਹੀਂ ਹੋਵੇਗਾ। ਜੇ ਸਿਮਰਤੀਆਂ ਤੇ ਸ਼ਾਸਤਰ ਨੂੰ ਪੜ੍ਹੇਗਾ ਤੇ ਉਹਦੇ ਵਿੱਚ ਵੀ ਇਹ ਗੱਲ ਮਿਲੇਗੀ ਵੀ ਗੁਰੂ ਬਿਨਾ ਮੁਕਤੀ ਨਹੀਂ ਹੈ। ਹੁਣ ਦੇਵਤੇ ਤੇ ਸਵਰਗ ਵਿੱਚ ਬੈਠੇ ਨੇ, ਇੰਦਰ ਵਰਗੇ ਬੈਠੇ ਨੇ, ਇਸੇ ਤਰ੍ਹਾਂ ਪਵਨ ਦੇਵ ਵਰਗੇ ਬੈਠੇ ਨੇ, ਵਰੁਣ ਦੇਵ ਵਰਗੇ ਬੈਠੇ, ਦੇਵਤੇ ਤੇ ਹੈ। ਪਰ ਉਹਨਾਂ ਦੇਵਤਿਆਂ ਨੇ ਵੀ ਆਪਣਾ ਗੁਰੂ ਬਣਾਇਆ ਹੋਇਆ ਜਿਸ ਨੂੰ ਬ੍ਰਹਸਪਤ ਕਿਹਾ ਜਾਂਦਾ ਹੈ। ਦੇਵਤਿਆਂ ਦਾ ਆਪਣਾ ਗੁਰੂ ਹੈ ਜਿਸ ਨੂੰ ਬ੍ਰਹਸਪਤ ਕਹਿ ਕੇ ਉਹਦੇ ਕੋਲੋਂ ਉਪਦੇਸ਼ ਲੈ ਕੇ ਆਪਣੀ ਮੁਕਤੀ ਨੂੰ ਭਾਲਦੇ ਨੇ। ਤੇ ਜੇ ਦੈਂਤਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਆਪਣਾ ਸ਼ੁਕਰਾਚਾਰੀਆ ਗੁਰੂ ਬਣਾਇਆ ਹੋਇਆ ਹੈ। ਭਾਵੇਂ ਦੇਵਤੇ ਨੇ ਤੇ ਭਾਵੇਂ ਦੈਂਤ ਨੇ, ਗੁਰੂ ਦੀ ਲੋੜ ਤੇ ਉਹਨਾਂ ਨੂੰ ਵੀ ਪੈਂਦੀ ਹੈ ਸਮੇਂ ਸਮੇਂ ਤੇ ਜਾ ਕੇ। ਜਿਨ੍ਹਾਂ ਦੀ ਬਾਣੀ ਗ੍ਰੰਥਾਂ ਵਿੱਚ ਵੇਦਾਂ ਸ਼ਾਸਤਰਾਂ ਵਿੱਚ ਲਿਖੀ ਹੈ, ਉਹ ਦੇਵਤੇ ਵੀ ਗੁਰੂ ਤੋਂ ਬਿਨਾਂ ਕੁਝ ਪ੍ਰਾਪਤੀ ਨਹੀਂ ਕਰ ਸਕੇ। ਇਸੇ ਤਰ੍ਹਾਂ ਉਹਨਾਂ ਵੇਦਾਂ ਸ਼ਾਸਤਰਾਂ ਵਿੱਚ ਇਹ ਗੱਲ ਲਿਖੀ ਹੈ ਕਿ ਭਾਈ ਬਿਨ ਗੁਰ ਮੁਕਤ ਨਾ ਪਾਵੈ ਕੋ। ਗੁਰੂ ਤੋਂ ਬਿਨਾਂ ਕਿਸੇ ਨੇ ਵੀ ਹਾਲੇ ਤੱਕ ਨਾ ਮੁਕਤੀ ਪਾਈ ਹੈ, ਨਾ ਅੱਗੇ ਆਉਣ ਵਾਲੇ ਸਮੇਂ ਵਿੱਚ ਕੋਈ ਮੁਕਤੀ ਪਾਵੇਗਾ। ਮਨ ਵੇਖੋ ਕਰ ਵਿਚਾਰੀ। ਇਸ ਗੱਲ ਨੂੰ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਵਿਚਾਰ ਕਰਕੇ ਸਮਝ ਲੈ ਵੀ ਮੁਕਤੀ ਗੁਰੂ ਬਿਨਾਂ ਪ੍ਰਾਪਤ ਨਹੀਂ ਹੁੰਦੀ ਹੈ। 68 ਮੰਜਨ ਕਰ ਇਸ਼ਨਾਨਾ, ਭ੍ਰਮ ਆਏ ਧਰ ਸਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ 8 60 ਤੀਰਥ, 8 ਤੇ 60 68 ਤੀਰਥ ਬਣ ਜਾਂਦੇ। ਇਹ 68 ਤੀਰਥ ਜਿਹੜੇ ਨੇ ਹਿੰਦੂ ਮਤ ਦੇ ਨੇ। ਮਹਾਰਾਜ ਕਹਿੰਦੇ ਇਹਨਾਂ 68 ਤੀਰਥਾਂ ਤੇ ਇਸ਼ਨਾਨ ਕਰਿਆ ਪਰ ਮੁਕਤੀ ਗੁਰੂ ਬਿਨਾਂ ਫਿਰ ਵੀ ਨਹੀਂ ਉਹ ਮਿਲਦੀ। ਇਹ ਬਚਨ ਪੱਲੇ ਬੰਨ ਲਾ ਵੀ ਮੈਂ 68 ਤੀਰਥਾਂ ਤੇ ਇਸ਼ਨਾਨ ਕਰਨ ਚੱਲਿਆ। ਕੋਈ ਅਮਰਨਾਥ ਗੁਫਾ ਨੂੰ ਤੁਰਿਆ ਜਾਂਦਾ ਹੈ, ਇਸੇ ਤਰ੍ਹਾਂ ਕੋਈ ਹਰਿਦੁਆਰ ਨੂੰ ਤੁਰਿਆ ਜਾਂਦਾ ਹੈ। ਵੱਖ-ਵੱਖ ਵੱਡੇ ਧਾਰਮਿਕ ਸਥਾਨ ਨੇ। ਕੋਈ ਦਵਾਰਕਾ ਨੂੰ ਜਾਂਦਾ ਪਿਆ ਹੈ, ਕੋਈ ਜਗਨਨਾਥਪੁਰੀ ਨੂੰ ਜਾਂਦਾ ਪਿਆ ਹੈ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਭਾਈ ਪਿਆਰਿਆ, 8 60 ਤੀਰਥ 8 60 ਮੱਜਨ ਕਰ ਇਸ਼ਨਾਨਾ। 68 ਤੀਰਥਾਂ ਤੇ ਜਾ ਕੇ ਭਾਵੇਂ ਇਸ਼ਨਾਨ ਕਰ ਲਾ। ਜਾਂ ਕਈਆਂ ਲੋਕਾਂ ਵਿੱਚ ਇਹ ਵੀ ਵਿਚਾਰ ਹੁੰਦੀ ਹੈ ਕਿ ਜਿਸ ਦਿਨ ਕੋਈ ਦਿਨ ਹੋਵੇਗਾ ਨਾ, ਮੈਂ ਉਸ ਦਿਨ ਇਸ਼ਨਾਨ ਕਰਾਂਗਾ। ਜਿਵੇਂ ਲੋਕ ਕਈ ਮੱਸਿਆ ਤੇ ਜਾ ਕੇ ਇਸ਼ਨਾਨ ਕਰਦੇ, ਕਈ ਲੋਕ ਪੁੰਨਿਆ ਤੇ ਜਾ ਕੇ ਇਸ਼ਨਾਨ ਕਰਦੇ, ਕੁਝ ਲੋਕ ਜਿਹੜੇ ਨੇ ਸੂਰਜ ਗ੍ਰਹਿਣ ਲੱਗੇ ਤੇ ਜਾ ਕੇ ਕੁਰੂਕਸ਼ੇਤਰ ਜਾ ਕੇ ਇਸ਼ਨਾਨ ਕਰਦੇ ਨੇ ਵੀ ਆਹ ਦਿਨ ਬੜਾ ਚੰਗਾ ਹੈ, ਇਸ ਦਿਨ ਇਸ਼ਨਾਨ ਕਰਾਂਗਾ ਤੇ ਮੁਕਤੀ ਮਿਲੇਗੀ। ਪਾਤਸ਼ਾਹ ਕਹਿਣ ਲੱਗੇ 68 ਤੀਰਥਾਂ ਦਾ ਇਸ਼ਨਾਨ, ਔਰ ਇਸ਼ਨਾਨ ਵੀ ਜਾ ਕੇ ਦਿਨ ਦਿਹਾੜ ਵਾਲੇ ਦਿਨ ਕਰ, ਪਰ ਇਹ ਕਰਨ ਤੋਂ ਮਗਰੋਂ ਵੀ ਮੁਕਤੀ ਨਹੀਂ ਹੈ। ਇੱਥੇ ਹੀ ਬਸ ਨਹੀਂ। ਪਾਤਸ਼ਾਹ ਕਹਿਣ ਲੱਗੇ ਭ੍ਰਮ ਆਏ ਧਰ ਸਾਰੀ। ਧਰ ਨਾਮ ਧਰਤੀ ਦਾ, ਭਾਵੇਂ ਸਾਰੀ ਧਰਤੀ ਦੀ ਪਰਿਕਰਮਾ ਵੀ ਕਰਿਆ, ਧਰਤੀ ਦਾ ਚੱਕਰ ਲਾਇਆ ਵੀ ਮੁਕਤੀ ਨਹੀਂ ਹੋ ਮਿਲਦੀ। ਧਰਤੀ ਦੇ ਇੱਕ ਕੋਨੇ ਤੇ ਜਾ, ਇੱਥੋਂ ਦੇ ਲੋਕ ਕੀ ਕਰਦੇ ਨੇ, ਇੱਥੋਂ ਦਾ ਉਪਦੇਸ਼ ਕੀ ਹੈ। ਫਿਰ ਦੂਜੇ ਕੋਨੇ ਤੇ ਜਾ, ਉੱਥੇ ਜਾ ਕੇ ਵੇਖ ਵੀ ਇੱਥੋਂ ਦੇ ਲੋਕ ਕੀ ਕਰਦੇ ਨੇ, ਕਿਹੜੀ ਕਮਾਈ ਕਰਦੇ। ਧਰਤੀ ਸਾਰੀ ਦਾ ਚੱਕਰ ਲਾ ਲਿਆ, ਦੇਸ਼ ਵਿਦੇਸ਼ ਦੇ ਵਿੱਚ ਘੁੰਮ ਕੇ ਆ ਗਿਆ, ਪਰ ਧਰਤੀ ਦਾ ਚੱਕਰ ਲਾਉਣ ਦੇ ਨਾਲ ਵੀ ਮੁਕਤੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ, ਨਾ ਤੂੰ ਆਵੈ ਵਸ ਧਰਤੀ ਧਾਈਐ। ਧਰਤੀ ਦਾ ਚੱਕਰ ਲਾਉਣ ਦੇ ਨਾਲ, ਗੇੜੇ ਲਾਉਣ ਦੇ ਨਾਲ, ਤੁਸੀਂ ਵੇਖਿਆ ਨਾ ਸੜਕਾਂ ਤੇ ਕਈ ਸਾਧੂ ਜਾਂਦੇ ਹੁੰਦੇ ਨੰਗੇ ਪੈਰ, ਤੇ ਉਹ ਤੁਰੇ ਹੀ ਰਹਿੰਦੇ ਨੇ, ਕਦੇ ਗੱਡੀ ਮੋਟਰ ਦੇ ਵਿੱਚ ਨਹੀਂ ਬੈਠਦੇ, ਕਦੇ ਕਾਰ ਵਿੱਚ ਬੈਠ ਕੇ ਸਫ਼ਰ ਨਹੀਂ ਕਰਦੇ। ਉਹਨਾਂ ਦਾ ਧਰਮ ਜਾਂ ਉਹਨਾਂ ਦਾ ਵਿਚਾਰ ਇਹ ਆ ਵੀ ਨੰਗੇ ਪੈਰੀ ਔਰ ਪੈਦਲ ਹੀ ਚੱਲਣਾ, ਤੇ ਚੱਲਦੇ ਰਹਿੰਦੇ ਨੇ ਕਈ ਮਹੀਨੇ, ਕਈ ਸਾਲ। ਪਰ ਪਾਤਸ਼ਾਹ ਕਹਿਣ ਲੱਗੇ ਜਿੰਨਾ ਮਰਜ਼ੀ ਇਹਨਾਂ ਲੱਤਾਂ ਪੈਰਾਂ ਦੇ ਨਾਲ ਚੱਲ ਲੈ, ਚੱਲਿਆ ਮੁਕਤੀ ਨਹੀਂ ਮਿਲਣੀ। ਥੱਕ ਤੇ ਜਾਏਗਾ ਪਰ ਤੈਨੂੰ ਮੁਕਤੀ ਪ੍ਰਾਪਤ ਤੁਰ ਕੇ ਨਹੀਂ ਮਿਲਣੀ। ਤੈਨੂੰ ਮੁਕਤੀ ਪ੍ਰਾਪਤ ਤੀਰਥਾਂ ਤੇ ਇਸ਼ਨਾਨ ਕੀਤਿਆਂ ਨਹੀਂ ਮਿਲਣੀ।
महाराज किवें मिलेगी? कहने लगे बिन गुर, गुरु तो बिना नहीं हो मिलनी। जे गुरु प्राप्त करेगा तो मुक्ति मिलती है। अनेक सोच करे दिन राती, बिन सतगुर अंधियारी। अनेक तरह की सोच पवित्रता करदा, दिने उठिया सारी सुचम नूं वरतदा, दुपहरे होई है सारी सुचम नूं वरतदा, शाम पैंदी है फिर सुचम नूं करदा। अनेक तरह की सुचम नूं वरतदा है। महाराज साहब जी का बचन आपां पढ़दे हां, पढ़ पुस्तक संध्या बादंग सिल पूजस बगल समादंग, त्रैपाल ते हाल विचारंग, गल माला तिलक लाटंग। बाणी का बचन है गुरु नानक साहब जियां दा। सवेरे इशनान किया, बस्तर होर पाए कि मैं सुचा हो गया हाँ, हुण मैं पूजा पाठ करनी है। दोपहर हो गई, फिर इशनान किया, फिर होर वस्त्र पाए, हुण मेरी दोपहर की पूजा का टाइम हो गया। जो शामां पईयां, तरकालां पईयां, फिर इशनान किया, फिर नवे वस्त्र पाए, हुण शाम की पूजा का टाइम हो गया है। पातशाह महाराज जी कहन लगे, कहंदे भाई प्यारिया अनक सोच कर है दिन राती। ये सोच पवित्रता दिने रात करता रहे, पर यह सारा कुछ करन दे बावजूद बिन सतगुर अंधियारी, गुरु तो बिना ये तेरी उमरा रूपी जिहड़ी रात है ना, ये पापां करके काली हुंदी जांदी है। इशनान ते करदा पिया तीर्थां ते जाके, करदा ते सारा कुछ ही है, पर असल दे विच उमरा ये जिहड़ी तेरी है ना, ये पाप करके अगे तो अगे काली हुंदी जांदी है, होर भयानक हुंदी जांदी है, होर दुखदाई बनदी जांदी है। धावत धावत सब जग धायो, अब आए हर द्वारी। सतगुरु पातशाह कहन लगे सारा संसार ही दौड़ विच लगा हुआ है। भावें सानू पता है तो भावें नहीं पता, असल विच असीं भी उस दौड़ दे विच शामिल हाँ। भावें असीं कहीए कि मैं नहीं दौड़दा पिया, पर पातशाह कहंदे धावत धावत, दौड़दियां दौड़दियां ये सारा संसार दौड़ विच लगा होया है। कोई पदार्थां दी दौड़ विच लगा है, इसे तरह कोई मुक्ति की दौड़ विच लगा होया है, कोई पढ़न पढ़ाउण की दौड़ विच लगा होया है, कोई किसी के शरीर नूं प्राप्त करन की दौड़ विच लगा होया है। ये सारी दुनिया दौड़ विच लगी हुई है, सारिਆਂ ਨੂੰ दौड़ पई हुई है भी असीं दौड़ के ये काम पहला कर लईए। फिर फरमाउंदे हन, धावत धावत सब जग धायो, अब आए हर द्वारी। सतगुरु पातशाह कहन लगे धा तू भाव है वो पदार्थ जिहड़े नाश हो जाण वाले ने, जिहड़े पदार्थ नाश हो जाण वाले ने, उन्हां पदार्थां दी प्राप्ति वास्ते ये बंदा धावत कहिए दौड़दा है। ते दौड़दियां दौड़दियां एक समा वो आ जांदा है जदों इहदा अपना नाश हो जांदा है। नासवंत पदार्थां दे पिछे भजदा है। कोई भी पदार्थ लै लवो, वो पदार्थ एक ना एक दिन नाश हो जाना, एक ना एक दिन मुक जाना है। पर नाशवंत पदार्थां दे पिछे भजा, एक दिन समा वो आ गया, इहदा अपना नाश हो गया। जिवें असीं उदाहरण के तौर पर कई तरह दीयां वस्तुआं ते कई तरह के फल खांदे हैं अपने मूँह दे नाल, पर एक समा आवेगा ये मूँह दे दंद टुट जाणगे। उन्हां पदार्थां दे पिछे दौड़िया भी आ पदार्थ चाहिदा है मैं प्राप्त करांगा, पर दौड़दियां दौड़दियां अपना नाश हो गया। पर दौड़िया भी नाशवंत पदार्थां दे मगर ही। इसे तरह भावें परिवार है, भावें घर है, तो भावें शरीर है, उन्हां पदार्थां दे पिछे दौड़दा जिहड़े पदार्थ अज नहीं तो कल मुक जाण वाले ने। परमात्मा तो बिना ये सारी सृष्टि नाशवंत है। महाराज का बचन है दृष्टमान है सगल मथेना, जो तैनूं अखां दे नाल दिसदा पिया ये सारा कुछ ही नाशवंत है, कोई दुनिया ते रहन वाला नहीं है। धावत धावत सब जग धायो, नासवंत पदार्थां दे पिछे लग के सारी दुनिया दौड़ी फिरदी है, और सारी दुनिया का अंत भी हुंदा पिया है। पता नहीं किन्नियां कु लाशां शमशान नूं तुरियां जांदियां, किन्ने कु शरीर जिहड़े ने कब्रिस्तान नूं तुरे जांदे ने। तू बंदिया उन्हां दी लैन विच तू भी लगा होया, अज तू भजदा होया है। कोई समा आवेगा जिदन तेरी भी लैन शमशान नूं हो तुरेगी। ये सारा संसार इसे तरह लगा होया है। पातशाह कहन लगे अब आए हरद्वारी, हुण असीं
ਜਦੋਂ ਸਾਨੂੰ ਠੋਕਰ ਵੱਜੀ ਹੈ ਜਾਂ ਗੁਰੂ ਦੀ ਬਾਣੀ ਦੀ ਅਸੀਂ ਕਥਾ ਸੁਣੀ ਹੈ, ਹੁਣ ਸਾਨੂੰ ਸਮਝ ਆਈ ਵੀ ਅਸੀਂ ਤੇ ਉਹਨਾਂ ਪਦਾਰਥਾਂ ਦੇ ਪਿੱਛੇ ਭੱਜ ਖਲੋਏ ਜਿਹੜੇ ਪਦਾਰਥ ਆਪ ਮੁੱਕ ਜਾਣ ਵਾਲੇ ਨੇ, ਉਹ ਸਾਡਾ ਕੀ ਸਵਾਰ ਦੇਣਗੇ। ਫਿਰ ਇਹ ਗੱਲ ਸੋਚ ਕੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ, ਹਾਂ ਦੁਰਮਤ ਮੇਟ ਬੁੱਧ ਪ੍ਰਗਾਸੀ, ਜਨ ਨਾਨਕ ਗੁਰਮੁਖ ਤਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਨਾ, ਜਦੋਂ ਉਹਨਾਂ ਦੀ ਤਾਰੀ ਕਹੀਏ ਸੰਗਤ ਵਿੱਚ ਆਈਏ, ਗੁਰਮੁਖਾਂ ਦੀ ਸੰਗਤ ਰੂਪੀ ਬੇੜੀ ਦਾ ਸਾਨੂੰ ਪ੍ਰਾਪਤੀ ਹੋ ਜਾਵੇ। ਜਿਵੇਂ ਬੇੜੀ ਦੇ ਵਿੱਚ ਬੈਠਾਂਗੇ ਤੇ ਬੇੜੀ ਤਾਰ ਕੇ ਪਾਰ ਕਰ ਦਿੰਦੀ ਹੈ। ਗੁਰਮੁਖਾਂ ਦੀ ਸੰਗਤ ਜਿਹੜੀ ਹੈ ਬੇੜੀ ਵਰਗੀ ਹੈ, ਬੇੜੇ ਵਰਗੀ ਹੈ। ਜਦੋਂ ਉਹਨਾਂ ਦੀ ਸੰਗਤ ਵਿੱਚ ਆਵਾਂਗੇ ਤੇ ਉਹਨਾਂ ਦੀ ਸੰਗਤ ਦੇ ਨਾਲ ਸਾਡਾ ਭਲਾ ਹੋਵੇਗਾ। ਆਪਾਂ ਅਰਦਾਸ ਵਿੱਚ ਬਚਨ ਕਰਦੇ ਹਾਂ, ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸਾਨੂੰ ਉਹਨਾਂ ਦੀ ਸੰਗਤ ਮਿਲੇ ਜਿਨ੍ਹਾਂ ਨੂੰ ਮਿਲ ਕੇ ਤੇਰੀ ਯਾਦ ਆ ਜਾਵੇ, ਪਰਮਾਤਮਾ ਤੇਰਾ ਨਾਮ ਚੇਤੇ ਆਵੇ। ਜਦੋਂ ਐਸੇ ਗੁਰਮੁਖਾਂ ਦੀ ਸੰਗਤ ਵਿੱਚ ਆਵਾਂਗੇ, ਉਹਨਾਂ ਦੀ ਸੰਗਤ ਰੂਪੀ ਬੇੜੀ ਵਿੱਚ ਬੈਠਾਂਗੇ ਤੇ ਫਿਰ ਕਿਰਪਾ ਕੀ ਹੋਵੇਗੀ। ਦੁਰਮਤ ਮੇਟ, ਉਹ ਗੁਰਮੁਖ ਜਿਹੜੇ ਨੇ ਗੁਰੂ ਦੀ ਗੱਲ ਸੁਣਾ ਕੇ ਸਾਡੇ ਅੰਦਰ ਜਿਹੜੀ ਖੋਟੀ ਮੱਤ ਹੈ, ਮਾੜੀ ਮੱਤ ਜਿਹੜੀ ਹੈ ਉਹਨੂੰ ਮੇਟ ਦੇਣਗੇ, ਦੂਰ ਕਰ ਦੇਣਗੇ। ਦੁਰਮਤ ਮੇਟ ਅਤੇ ਇਸੇ ਤਰ੍ਹਾਂ ਪਾਤਸ਼ਾਹ ਕਹਿਣ ਲੱਗੇ ਬੁੱਧ ਪ੍ਰਗਾਸੀ, ਸਾਡੇ ਅੰਦਰ ਗਿਆਨ ਦਾ ਉਹ ਪ੍ਰਕਾਸ਼ ਕਰ ਦੇਣਗੇ। ਸਾਡੀ ਮੱਤ ਜਿਹੜੀ ਹੈ ਆਤਮ ਵਿਸ਼ੈਣੀ ਬਣ ਜਾਵੇਗੀ, ਜਿਹੜੀ ਹੈ ਉੱਚੀ ਮੱਤ ਦੇ ਮਾਲਕ ਬਣ ਜਾਵਾਂਗੇ। ਤੇ ਪਾਤਸ਼ਾਹ ਕਹਿਣ ਲੱਗੇ ਜਨ ਨਾਨਕ ਗੁਰਮੁਖ ਤਾਰੀ, ਉਹ ਫਿਰ ਜਿਹੜੇ ਗੁਰਮੁਖ ਨੇ ਉਹ ਸੰਸਾਰ ਦੇ ਵਿੱਚੋਂ ਆਪਣੇ ਮਨੁੱਖਾ ਜਨਮ ਦੀ ਬਾਜੀ ਜਿਹੜੀ ਜਿੱਤ ਕੇ ਜਾਂਦੇ ਨੇ, ਜਾਂ ਇਸ ਸੰਸਾਰ ਨੂੰ ਉਹ ਤਰ ਜਾਂਦੇ ਨੇ। ਜਿਵੇਂ ਜਹਾਜ਼ ਦੇ ਵਿੱਚ ਬੈਠ ਕੇ ਸਮੁੰਦਰ ਨੂੰ ਤਰ ਕੇ ਅਗਲੇ ਕਿਨਾਰੇ ਪਹੁੰਚ ਜਾਈਦਾ, ਗੁਰਮੁਖਾਂ ਦੀ ਸੰਗਤ ਵਿੱਚ ਪੈ ਕੇ ਉਹ ਵੀ ਗੁਰਮੁਖ ਬਣ ਜਾਂਦੇ ਅਤੇ ਸੰਸਾਰ ਦੀ ਇਸ ਪਹੁੰਚ ਤੋਂ ਪਰੇ ਹੋ ਜਾਂਦੇ, ਸੰਸਾਰ ਤੋਂ ਤਰ ਜਾਂਦੇ। ਮਹਾਰਾਜ ਸਾਹਿਬ ਜੀ ਦਾ ਬਚਨ ਹੈ ਅੰਚਲ ਗਹਿ ਕੈ ਸਾਧਕਾ ਤਰਨਾ ਇਹੋ ਸੰਸਾਰ। ਗੁਰਮੁਖਾਂ ਦੀ ਬਾਹ ਫੜ ਕੇ, ਗੁਰਮੁਖਾਂ ਦਾ ਪੱਲਾ ਫੜ ਕੇ ਨਾਮ ਜਪਣ ਵਾਲਿਆਂ ਦਾ ਸੰਸਾਰ ਤੋਂ ਤਰੀਦਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਦਿਓ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਧਾਵਤ ਧਾਵਤ ਸਭ ਜਗ ਧਾਇਓ, ਅਬ ਆਏ ਹਰ ਦੁਆਰੀ। ਦੁਰਮਤ ਮੇਟ ਬੁੱਧ ਪ੍ਰਗਾਸੀ, ਜਨ ਨਾਨਕ ਗੁਰਮੁਖ ਤਾਰੀ।